ਸਤਿ ਸ਼੍ਰੀ ਅਕਾਲ ਜੀ। ਮੈਂ ਜਸਪਾਲ ਸਿੰਘ, ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ ਟੀਵੀ ਤੇ। ਕਿਸਾਨੀ ਦਾ ਮੁੱਦਾ ਲਗਾਤਾਰ ਜਿਵੇਂ ਟੀਵੀ ਚੈਨਲਾਂ ਤੇ ਅਖਬਾਰਾਂ ਦੇ ਵਿੱਚ ਡਿਬੇਟ ਚੱਲ ਰਹੀ ਹੈ। ਇਹ ਮੁੱਦਾ ਖੈਰ ਹੁਣ ਤਾਂ ਭਖਿਆ ਹੋਇਆ ਕਿ ਇੱਕ ਆਰਡੀਨੈਂਸ ਪਾਸ ਕਰਤਾ, ਪਰ ਜਿਹੜੀ ਖੇਤੀ ਹੈ ਪਿਛਲੇ ਲੰਮੇ ਸਮੇਂ ਤੋਂ ਹੀ ਬੜੇ ਸੰਕਟ ਦੇ ਵਿੱਚ ਜਾ ਰਹੇ ਸੀ। ਕਿਸਾਨ ਖੁਦਕੁਸ਼ੀਆਂ ਕਰ ਰਹੇ ਸੀ ਔਰ ਜਿਹੜੀ ਹੁਣ ਐਮਐਸਪੀ ਦੀ ਗੱਲ ਤਾਂ ਅੱਜ ਚੱਲੀ ਹੈ, ਲੇਕਿਨ ਕਿਸਾਨ ਤਾਂ ਬੜੇ ਲੰਮੇ ਚਿਰ ਤੋਂ ਹੀ ਧਰਨੇ ਮੁਜ਼ਾਹਰੇ ਕਰਦੇ ਆ ਰਹੇ। ਉਹਨਾਂ ਦੀ ਮੰਗ ਹੈ ਕਿ ਸਾਨੂੰ ਖੇਤੀ ਦਾ ਜਿਹੜਾ ਫਸਲਾਂ ਦਾ ਪ੍ਰੋਪਰ ਜਿਹੜਾ ਮੁੱਲ ਹੈ ਉਹ ਨਹੀਂ ਮਿਲ ਰਿਹਾ। ਸੋ ਇਹ ਮੰਗ ਬੜੀ ਪੁਰਾਣੀ ਹੈ। ਸੋ ਇਹਦੇ ਵਿੱਚ ਸਰਕਾਰਾਂ ਦੀਆਂ ਵੀ ਟਾਈਮ ਟੂ ਟਾਈਮ ਗਲਤੀਆਂ ਹੋਈਆਂ ਨੇ। ਕਿੱਥੇ ਤਾਂ ਸਰਕਾਰਾਂ ਨੇ ਜਦੋਂ ਕੁਛ ਨਹੀਂ ਸੀ ਇੱਥੇ ਦੇਸ਼ ਦੇ ਵਿੱਚ, ਅੰਨ ਵੀ ਬਾਹਰੋਂ ਮੰਗਾਉਣਾ ਪੈਂਦਾ ਸੀ, ਉਦੋਂ ਇੱਥੇ ਜੇ ਇੱਕ ਸਰਕਾਰਾਂ ਦੀ ਟੈਨਸ਼ਨ ਖਤਮ ਕੀਤੀ ਕਿਸਾਨਾਂ ਨੇ ਆਪਣਾ ਆਪ ਗਵਾ ਕੇ, ਤਾਂ ਉਦੋਂ ਸਰਕਾਰਾਂ ਜਦੋਂ ਸਾਰਾ ਕੁਝ ਹੋ ਗਿਆ ਤਾਂ ਉਦੋਂ ਸਰਕਾਰਾਂ ਕਿਸਾਨਾਂ ਦਾ ਸਾਥ ਛੱਡ ਕੇ ਤੇ ਹੋਰ ਲੋਕਾਂ ਨੂੰ ਪ੍ਰਮੋਟ ਕਰ ਰਹੀਆਂ ਨੇ। ਖੈਰ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ, ਪਰ ਜਿਹੜਾ ਖੇਤੀ ਹੈ, ਅੰਨ ਹੈ, ਇਹ ਸਾਰੇ ਲੋਕਾਂ ਲਈ ਇੰਪੋਰਟੈਂਟ ਹੈ। ਚਾਹੇ ਉਦਯੋਗਪਤੀ ਹੋਵੇ, ਕੋਈ ਬਿਜ਼ਨਸਮੈਨ ਹੋਵੇ, ਚਾਹੇ ਭਿਖਾਰੀ ਹੋਵੇ, ਉਹਨੇ 2 ਟਾਈਮ ਦੀ ਰੋਟੀ ਖਾ ਕੇ ਸੌਣਾ। ਪਰ ਪਤਾ ਨਹੀਂ ਸਰਕਾਰਾਂ ਕੀ ਸੋਚ ਕੇ ਉਹਨਾਂ ਦੇ ਮਨ ਦੇ ਵਿੱਚ ਚੱਲਦਾ ਕਿ ਖੇਤੀ ਨੂੰ ਇੰਨਾ ਇਗਨੋਰ ਕੀਤਾ ਜਾ ਰਿਹਾ। ਸੋ ਖੈਰ ਆਰਡੀਨੈਂਸ ਪਾਸ ਹੋ ਗਿਆ, ਪੰਜਾਬ ਦੇ ਵਿੱਚ ਕਿਸਾਨ ਸੜਕਾਂ ਤੇ ਆ ਗਏ ਔਰ ਵੱਖ-ਵੱਖ ਪਾਰਟੀਆਂ ਆਪੋ ਆਪਣੇ ਦਾਅਵੇ ਕਰ ਰਹੀਆਂ ਨੇ। ਇਸੇ ਦੌਰਾਨ ਇਹ ਕਿਸਾਨਾਂ ਦੀ ਜਿਹੜੀ ਇੱਕ ਮੀਟਿੰਗ ਹੈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਹੈ। ਸੋ ਇਹ ਸਾਰੇ ਘਟਨਾਕ੍ਰਮ ਪੰਜਾਬ ਦੇ ਵਿੱਚ ਕੀ ਚੱਲ ਰਹੇ ਨੇ, ਇਹਦਾ ਨਤੀਜਾ ਕੀ ਨਿਕਲੇਗਾ, ਕਿਸ ਹੱਦ ਤੱਕ ਕਿਸਾਨ ਕਾਮਯਾਬ ਹੋਣਗੇ, ਇੱਕ ਛੋਟਾ ਜਿਹਾ ਇੱਕ ਐਨਾਲਾਈਜ਼ ਕਰਨ ਲਈ, ਜਾਣਕਾਰੀ ਲੈਣ ਲਈ ਸਾਡੇ ਨਾਲ ਜੁੜੇ ਨੇ ਕੈਪਟਨ ਚੰਨਣ ਸਿੰਘ ਸਿੱਧੂ ਜੀ, ਜੋ ਕਿ ਪ੍ਰਧਾਨ ਨੇ ਸ਼ੇਰੇ ਪੰਜਾਬ ਵਿਕਾਸ ਪਾਰਟੀ ਦੇ। ਸੋ ਕੈਪਟਨ ਸਾਹਿਬ ਨੇ ਪਹਿਲਾਂ ਵੀ ਕਈ ਵੱਡੇ ਖੁਲਾਸੇ ਕੀਤੇ ਨੇ ਔਰ ਬੜੀ ਬੇਬਾਕੀ ਨਾਲ ਸਰਕਾਰ ਦੇ ਖਿਲਾਫ, ਮੌਜੂਦਾ ਸਰਕਾਰ ਦੇ ਖਿਲਾਫ, ਲੋਕ ਤਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਉਹਨਾਂ ਦੇ ਖਿਲਾਫ ਬੋਲਦੇ ਨੇ, ਪਰ ਕੈਪਟਨ ਚੰਨਣ ਸਿੰਘ ਨੇ ਮੌਜੂਦਾ ਸਰਕਾਰ ਦੇ ਖਿਲਾਫ ਵੀ ਕਈ ਚੀਜ਼ਾਂ ਐਕਸਪੋਜ਼ ਕੀਤੀਆਂ। ਸੋ ਇੱਕ ਵਾਰ ਫਿਰ ਚੰਨਣ ਸਿੰਘ ਜੀ ਦਾ ਸਵਾਗਤ ਹੈ। ਕੈਪਟਨ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬ੍ਰੇਨ ਔਨ ਟੀਵੀ ਤੇ। ਕੈਪਟਨ ਸਾਹਿਬ ਤੁਸੀਂ ਇਸ਼ੂ ਸਮਝ ਹੀ ਗਏ ਹੋ ਕਿ ਕਿਸਾਨੀ ਦਾ ਇਸ਼ੂ ਹੈ ਔਰ ਜਿਹੜੇ ਧਰਨੇ ਮੁਜ਼ਾਹਰੇ ਕਿਸਾਨ ਲਗਾਤਾਰ ਲਾ ਰਹੇ ਨੇ, ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਕਾਮਯਾਬੀ ਕਿਸਾਨਾਂ ਨੂੰ ਮਿਲੇਗੀ? ਕਿਉਂਕਿ ਜਿਹੜਾ ਸਾਡਾ ਕੁਝ ਲੋਕਾਂ ਦਾ ਐਨਾਲਾਈਜ਼ ਹੈ, ਪੜ੍ਹੇ ਲਿਖੇ ਲੋਕਾਂ ਦਾ ਐਨਾਲਾਈਜ਼ ਲੱਗ ਰਿਹਾ ਕਿ ਕਿਸਾਨਾਂ ਦੇ ਜਿਹੜੇ ਆਗੂ ਨੇ ਬਹੁਤੇ ਮਤਲਬ ਧੜੱਲੇਦਾਰ ਆਗੂ ਨਹੀਂ ਹੈਗੇ ਔਰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਗੁੰਮਰਾਹ ਵੀ ਹੋ ਸਕਦੇ ਆ। ਤੁਹਾਡਾ ਇਸ ਬਾਬਤ ਕੀ ਮੰਨਣਾ ਹੈ? ਜਸਪਾਲ ਜੀ, ਤੁਹਾਨੂੰ ਪਤਾ ਸਰਕਾਰਾਂ ਦੇ ਹੱਥ ਬੜੇ ਲੰਬੇ ਹੁੰਦੇ ਹੈ ਔਰ ਬੜੀਆਂ ਪਲੈਨਿੰਗ ਨਾਲ ਚੱਲਦੀਆਂ। ਇਹ ਦੋਨੋਂ ਦੇਖੋ, ਜਿਹੜੇ ਦੋਨੋਂ ਨੀਲੇ ਭੇੜੀਏ ਤੇ ਚਿੱਟੇ ਭੇੜੀਏ, ਇਹ ਆਲਰੇਡੀ ਪੂਰੀ ਕੋਸ਼ਿਸ਼ ਕਰ ਰਹੇ ਹੈ ਇਸ ਕਿਸਾਨੀ ਦੇ ਜਿਹੜਾ ਇਹ ਸੰਘਰਸ਼ ਨੂੰ ਫੇਲ ਕਰਨ ਵਾਸਤੇ। ਇਹਨਾਂ ਨੇ ਆਪਦੇ ਚਮਚੇ ਵੀ ਵਿੱਚ ਵਾੜ ਦਿੱਤੇ ਹੋਏ ਨੇ, ਡਿਫਰੈਂਟ ਤਰ੍ਹਾਂ ਦੀਆਂ ਗਾਈਡੈਂਸ ਉਹ ਦੇ ਰਹੇ ਨੇ ਕਿਸਾਨਾਂ ਨੂੰ। ਕਿਸਾਨ ਹੈਗੇ ਵਿਚਾਰੇ ਭੋਲੇ ਭਾਲੇ ਜੀ, ਲੇਕਿਨ ਕਿਸਾਨਾਂ ਦੀ ਜਿਹੜੀ ਲੀਡਰਸ਼ਿਪ ਹੈ ਉਹ ਮੈਨੂੰ ਲੱਗਦਾ ਹੈ ਕਿ ਕਿਉਂਕਿ 21 22 23 ਜਥੇਬੰਦੀਆਂ ਇਕੱਠੀਆਂ ਹੋ ਗਈਆਂ ਨੇ, ਕਾਫੀ ਸਟਰੋਂਗ ਨਜ਼ਰ ਆ ਰਹੀ ਹੈ। ਔਰ ਮੈਂ ਉਹਨਾਂ ਨੂੰ ਇੱਕੋ ਹੀ ਵਿਸ਼ ਕਰਦਾ ਕਿ ਹੁਣ ਕਿਸੇ ਚੱਕਰ 'ਚ ਨਾ ਪੈ ਜਾਓ, ਕਿਤੇ ਭੁੱਲ ਭੁਲੇਖੇ 'ਚ ਨਾ ਪੈ ਜਾਓ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਅਮਰਿੰਦਰ ਸਿੰਘ ਨੇ ਕਿਹਾ ਕੱਲ ਕਿ ਮੈਂ ਸੁਪਰੀਮ ਕੋਰਟ ਜਾਊਂਗਾ, ਮੈਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗਾ। ਮੇਰੇ ਲੀਗਲ ਐਕਸਪਰਟ ਜਿਹੜੇ ਨੇ ਉਹ ਇਹਨੂੰ ਸਾਰਾ ਸਟੱਡੀ ਕਰ ਰਹੇ ਨੇ। ਮਾਫ ਕਰਨਾ, ਸੁਪਰੀਮ ਕੋਰਟ ਦੇ ਵਿੱਚ ਜੇ ਇਹ ਮੁੱਦਾ ਲੈ ਕੇ ਚਲਿਆ ਜਾਂਦੀ ਹੈ ਪੰਜਾਬ ਗੌਰਮੈਂਟ, ਤੇ ਇਹ ਮੁੱਦਾ ਇੱਥੇ ਹੀ ਖਤਮ ਹੋ ਜਾਂਦਾ ਹੈ, ਕਿਸਾਨਾਂ ਦਾ ਇੱਥੇ ਹੀ ਕੰਮ ਸਾਫ਼ ਹੋ ਜਾਂਦਾ ਹੈ। ਇਹ ਪੂਰੀ ਸੋਚੀ ਸਮਝੀ ਸਾਜ਼ਿਸ਼ ਹੈ ਕਿ ਅਸੀਂ ਸੁਪਰੀਮ ਕੋਰਟ ਜਾਵਾਂਗੇ। ਸੁਪਰੀਮ ਕੋਰਟ ਨੇ ਨੋਟਿਸ ਦੇ ਦੇਣਾ ਜੀ ਮਹੀਨੇ ਦਾ ਮੋਦੀ ਸਰਕਾਰ ਨੂੰ, ਉਹਨਾਂ ਨੇ 2 ਮਹੀਨੇ ਬਾਅਦ ਜਵਾਬ ਫਾਈਲ ਕਰ ਦੇਣਾ ਜੀ, ਫਿਰ ਬਹਿਸ ਹੋਏਗੀ ਜੀ, ਫਿਰ ਜਿਹੜਾ ਉਹ ਐਡਮਿਟ ਹੋ ਜਾਏਗਾ, ਫਿਰ 10 ਸਾਲ ਸੁਣਿਆ ਨਹੀਂ ਜਾਣਾ ਜੀ। ਔਰ 10 ਸਾਲਾਂ ਬਾਅਦ ਕਿਸਾਨਾਂ ਦਾ ਕੀ ਹੋਊਗਾ? ਉਹਨਾਂ ਨੇ ਕਹਿ ਦੇਣਾ ਜੀ ਦੇਖੋ ਜੀ ਸੁਪਰੀਮ ਕੋਰਟ ਦੇ ਵਿੱਚ ਹਾਈਐਸਟ ਨਿਆਂਪਾਲਿਕਾ ਕੋਲੇ ਕੇਸ ਹੈ ਜੀ, ਜੋ ਹੁਕਮ ਕਰਨਗੇ ਸਾਨੂੰ ਤਾਂ ਮਨਜ਼ੂਰ ਹੋਏਗਾ ਜੀ। ਫਿਰ ਕਿਸਾਨ ਕੀ ਕਰਨਗੇ ਵਿਚਾਰੇ? ਤੋ ਮੇਰੀ ਇੱਕ ਤਾਂ ਬੇਨਤੀ ਕਿਸਾਨਾਂ ਨੂੰ ਇਹ ਹੈ ਵੀ ਜਿਹੜੇ ਵੀ ਮੈਨੂੰ ਸੁਣਦੇ ਨੇ ਜਾਂ ਸੁਣਨਗੇ, ਕਿ ਕਿਸੇ ਚੱਕਰ 'ਚ ਨਹੀਂ ਪੈਣਾ। ਤੁਹਾਡੇ ਵਿੱਚ ਜਿਹੜੇ ਲੋਕ ਛੱਡੇ ਗਏ ਨੇ ਉਹ ਤੁਹਾਨੂੰ ਵੱਖ-ਵੱਖ ਗਾਈਡੈਂਸ ਦੱਸ ਰਹੇ ਨੇ। ਸੁਪਰੀਮ ਕੋਰਟ ਦੇ ਰਾਹ ਦਾ ਕੋਈ ਫਾਇਦਾ ਨਹੀਂ, ਸੁਪਰੀਮ ਕੋਰਟ ਬਿਲਕੁਲ ਨਹੀਂ ਜਾਣਾ। ਸੁਪਰੀਮ ਕੋਰਟ ਦੇ ਵਿੱਚ ਜੋ ਫੈਸਲੇ ਹੋਣੇ ਨੇ ਅੱਜ ਹੀ ਆਪਾਂ ਨੂੰ ਪਤਾ ਕੀ ਲਿਖੇ ਜਾਣੇ ਨੇ। ਇਸ ਕਰਕੇ ਇਸ ਚੱਕਰ 'ਚ ਨਹੀਂ ਪੈਣਾ। ਜੋ ਪ੍ਰੈਸ਼ਰ ਤੁਸੀਂ ਬਣਾਇਆ ਹੋਇਆ ਹੈ ਉਹ ਪ੍ਰੈਸ਼ਰ ਜਿਹੜਾ ਆਪਦਾ ਬਣਾ ਕੇ ਰੱਖੋ ਔਰ ਸਾਰੇ ਯੂਨਿਟੀ ਨਾਲ ਚੱਲੋ, ਬਿਲਕੁਲ ਦਫਾੜ ਨਾ ਹੋ। ਔਰ ਪਹਿਲੀ ਗੱਲ ਤਾਂ ਇਹ ਹੈ ਕਿ ਹੁਣ ਤੁਹਾਨੂੰ ਪਤਾ ਲੱਗ ਗਿਆ ਹੈ ਨਾ ਕਿ ਜਿਹੜਾ ਇਹ ਆਰਡੀਨੈਂਸ ਆਇਆ ਇਹਦੇ ਪਿੱਛੇ ਅਕਾਲੀ ਦਲ ਦਾ ਤੇ ਕਾਂਗਰਸ ਦਾ ਦੋਨਾਂ ਦਾ ਹੀ ਹੱਥ ਸੀਗਾ। ਦੋਨਾਂ ਦੀ ਹੀ ਇਹ ਰਜ਼ਾਮੰਦਗੀ ਨਾਲ ਆਇਆ, ਦੋਨਾਂ ਦੀ ਸਹਿਮਤੀ ਨਾਲ ਆਇਆ।
ਜਸਪਾਲ ਜੀ, ਮੋਗੇ ਦੇ ਵਿੱਚ ਅਡਾਨੀ ਸਾਹਿਬ ਦਾ 600 ਏਕੜ 'ਚ ਗੁਡਾਨ ਬਣ ਰਹੇ ਨੇ, ਪਿਛਲੇ 8-9 ਮਹੀਨਿਆਂ ਤੋਂ ਬਣ ਰਹੇ ਨੇ। ਉਧਰ ਗੁਰਦਾਸਪੁਰ ਦੇ ਕੋਲੇ ਬਣ ਰਹੇ ਨੇ, ਧਾਰੀਵਾਲ ਕੋਲੇ। ਮੈਨੂੰ ਇਹ ਦੱਸੋ ਵੀ ਬਿਨਾਂ ਐਗਰੀਮੈਂਟ ਤੋਂ ਬਣੀ ਜਾ ਰਹੇ ਨੇ, ਇਹ ਬਿਨਾਂ ਇਹਨਾਂ ਦੀ ਉਹਦੇ ਤੋਂ ਰਜਾਮੰਦੀ ਤੋਂ ਬਿਨਾਂ ਬਣੇ ਜਾ ਰਹੇ ਨੇ। ਇਹ ਜਿਹੜਾ ਕਿਸਾਨਾਂ ਨੂੰ ਇੱਕ ਕੋਵਿਡ ਦੇ ਟਾਈਮ ਤੇ ਲਿਆ ਕੇ ਔਰ ਜਿਸ ਤਰ੍ਹਾਂ ਇਹ ਬਿੱਲ ਪਾਸ ਕੀਤੇ ਗਏ ਨੇ, ਜਿਵੇਂ ਰਾਤੋਂ ਰਾਤ ਕਰੰਸੀ ਬਦਲਤੀ, GST ਕਰਤੀ, NRC ਲੈਣ ਦੀ, ਇਹ ਮੈਨੂੰ ਸਰਕਾਰ ਦਾ ਸਮਝ ਨਹੀਂ ਆਉਂਦੀ ਵੀ ਜਦੋਂ ਸਰਕਾਰ ਫਸਦੀ ਹੈ ਨਾ ਤੇ ਕੋਈ ਨਾ ਕੋਈ ਐਸਾ ਮੁੱਦਾ ਲਿਆ ਕੇ ਸਾਰੇ ਮੁਲਕ ਨੂੰ ਭੰਬੜ ਭੂਸਿਆਂ 'ਚ ਪਾ ਦਿੰਦੀ ਹੈ, ਸਾਰੇ ਮੁਲਕ ਨੂੰ ਹੀ ਸੜਕਾਂ ਤੇ ਖੜਾ ਕਰ ਦਿੰਦੀ ਹੈ। ਲੇਕਿਨ ਇਹ ਮੁੱਦਾ ਬੜਾ ਸੰਵੇਦਨਸ਼ੀਲ ਹੈ, ਇਹ ਮੁੱਦਾ ਸਾਡੇ ਅੰਨਦਾਤਾ ਦਾ ਹੈ, ਇਹ ਮੁੱਦਾ ਜਿਹੜਾ ਹੈ ਉਹ ਸਾਰੇ ਹਿੰਦੁਸਤਾਨ ਦੇ 70% ਲੋਕਾਂ ਦਾ ਹੈ। ਇਹ ਜਿਹੜਾ ਮੁੱਦਾ ਹੈ ਨਾ ਜੀ, ਇਹ ਖਾਲੀ ਕਿਸਾਨਾਂ ਦਾ ਨਹੀਂ ਹੈ। ਇਹਦੇ ਨਾਲ ਜਸਪਾਲ ਜੀ ਕਿਰਤੀ ਵੀ ਇਨਵੋਲਵ ਨੇ, ਇਹਦੇ ਨਾਲ ਆੜਤੀਏ ਵੀ ਇਨਵੋਲਵ ਨੇ, ਇਹਦੇ ਨਾਲ ਪੱਲੇਦਾਰ ਵੀ ਇਨਵੋਲਵ ਨੇ, ਇਹਦੇ ਨਾਲ ਟੋਟਲ ਸ਼ਹਿਰੀ ਜਿਹੜਾ ਬਿਜ਼ਨਸਮੈਨ ਹੈ ਉਹ ਇਨਵੋਲਵਡ ਹੈ। ਜੇ ਕਿਸਾਨ ਦੀ ਪਰਚੇਜ਼ਿੰਗ ਪਾਵਰ ਨਹੀਂ ਹੋਏਗੀ, ਜੇ ਕਿਸਾਨ ਦੇਖੋ ਨਾ ਜੀ, ਤੁਸੀਂ ਹੁਣ ਝੋਨਾ ਆ ਰਿਹਾ ਹੈ ਤੇ ਕਿਸਾਨ ਨੇ ਪਲੈਨਿੰਗ ਕੀਤੀ ਹੋਈ ਹੈ ਕਿ ਮੈਂ ਬਈ ਝੋਨਾ ਵੇਚ ਕੇ ਕੁੜੀ ਦਾ ਵਿਆਹ ਕਰਾਂਗਾ, ਜਾਂ ਮੈਂ ਮੁੰਡੇ ਦਾ ਵਿਆਹ ਕਰਾਂਗਾ, ਜਾਂ ਮੈਂ ਟਰੈਕਟਰ ਲੈ ਕੇ ਆਉਂਗਾ, ਜਾਂ ਮੈਂ ਆ ਲਾਂਗਾ, ਪੂਰੀ ਪਲੈਨਿੰਗ ਕੀਤੀ ਹੁੰਦੀ ਹੈ। ਤੇ ਉਸ ਤੋਂ ਬਾਅਦ ਉਹ ਫਿਰ ਪੇਮੈਂਟ ਲੈ ਕੇ ਆਪਦੇ ਉਹ ਕਾਰ ਵਿਹਾਰ ਕਰਦੇ ਨੇ ਤੇ ਮਾਰਕੀਟ ਦੇ ਵਿੱਚ ਇੱਕਦਮ ਉਛਾਲ ਆ ਜਾਂਦਾ ਪਰਚੇਜ਼ਿੰਗ ਪਾਵਰ ਦਾ। ਤੇ ਜੇ ਕਿਸਾਨ ਨੂੰ ਲੱਭਿਆ ਹੀ ਕੱਖ ਨਾ ਤੇ ਦੁਕਾਨਦਾਰ ਵੀ ਭੁੱਖੇ ਮਰਨਗੇ, ਪੰਜਾਬ ਸਾਰਾ ਹੀ ਭੁੱਖਾ ਮਰੇਗਾ। ਤੇ ਇਸ ਕਰਕੇ ਇਹ ਜਿਹੜਾ ਮੁੱਦਾ ਕੋਈ ਛੋਟਾ ਮੋਟਾ ਮੁੱਦਾ ਨਹੀਂ ਹੈ, ਇਹ ਸਾਰੇ ਪੰਜਾਬੀਆਂ ਦਾ ਮੁੱਦਾ। ਮੈਨੂੰ ਇਹ ਦੱਸੋ ਕਿ ਕਿੱਥੋਂ ਲਿਆ ਕੇ ਮਾਰਵਾੜੀ ਗੁਜਰਾਤ ਦੇ ਵਿੱਚੋਂ ਸਾਡੇ ਉੱਤੇ ਬਿਠਾਏ ਜਾ ਰਹੇ ਨੇ, ਔਰ ਜੋ ਪ੍ਰਾਵਧਾਨ ਇਸ ਬਿੱਲ ਦੇ ਵਿੱਚ ਨੇ ਉਹ ਤਾਂ ਸ਼ੌਕਿੰਗ ਨੇ, ਸ਼ੌਕਿੰਗ ਕਿ ਕੰਟਰੈਕਟ ਫਾਰਮਿੰਗ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਦੇਖੋ, ਜੇ ਤੁਸੀਂ ਇਹਨੂੰ ਲਿਆਉਣਾ ਤੇ MSP ਕਿਉਂ ਖਤਮ ਕਰਦੇ ਜੇ? ਤੁਸੀਂ MSP ਜਾਰੀ ਰਹਿਣ ਦਿਓ, ਤੁਸੀਂ ਕੰਟਰੈਕਟ ਫਾਰਮਿੰਗ ਲਿਆਓ, ਜਿੱਦਾਂ ਦਿਲ ਕਰੇਗਾ ਕੰਟਰੈਕਟ ਕਰ ਲੇਗਾ, ਜਿੱਦਾਂ ਨਹੀਂ ਤਾਂ ਆਪਦਾ ਪੈਡੀ ਤੇ ਝੋਨਾ ਬੀਜੇਗਾ ਤੇ ਕਣਕ ਬੀਜੇਗਾ ਤੇ ਆਪਦਾ MSP ਲਏਗਾ ਆਪਦੀ। ਤੁਸੀਂ ਕਹਿੰਦੇ ਜੀ ਸਾਰਾ ਕੁਝ ਬੰਦ, ਤੇ ਭਾਈ ਇਹ ਤਾਂ ਜੇ ਸਾਰਾ ਹੀ ਕੁਝ ਬੰਦ ਤੇ ਕੱਲ ਨੂੰ ਤੁਹਾਡੇ ਕਾਰਪੋਰੇਟ ਘਰਾਣੇ ਜੇ ਉਹਨਾਂ ਦੀ ਪਾਵਰ ਹੀ ਨਾ ਹੋਈ ਖਰੀਦਣ ਦੀ, ਜੋ ਖਰੀਦ ਹੀ ਨਾ ਸਕੇ ਤੇ ਕਿਸਾਨ ਕਿੱਥੇ ਜਾਊ? ਮਤਲਬ ਇਹ ਹੈ ਕਿ ਤਾਂ ਸਾਰੇ ਮੁਲਕ ਨੂੰ ਰੋਲਣ ਵਾਲੀ ਗੱਲ ਹੈ, ਇਹ ਕੋਈ ਇਕੱਲਾ ਪੰਜਾਬ ਨਹੀਂ ਹੈਗਾ, ਹਰਿਆਣਾ ਵੀ। ਅੱਜ ਤੁਸੀਂ ਦੇਖੋ ਸਾਰੇ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੀਆਂ ਡੈਮੋਸਟ੍ਰੇਸ਼ਨਾਂ ਹੋ ਰਹੀਆਂ ਨੇ, ਲੇਕਿਨ ਪ੍ਰਧਾਨ ਮੰਤਰੀ ਜੀ ਦਾ ਕੋਈ ਬਿਆਨ ਨਹੀਂ ਆਇਆ ਅੱਜ ਤੱਕ ਕਿ ਬਈ ਇਹ ਅਸੀਂ ਇਹਦੇ ਤੇ ਵਿਚਾਰ ਕਰ ਰਹੇ ਹਾਂ। ਉਲਟਾ ਇਹ ਕਹਿ ਰਹੇ ਨੇ ਕਿ ਸਾਡੇ ਲੀਡਰ ਹਰ ਕੈਪੀਟਲਸ ਦੇ ਵਿੱਚ, ਸਟੇਟ ਕੈਪੀਟਲ ਵਿੱਚ ਜਾਣਗੇ ਤੇ ਪ੍ਰੈਸ ਕਾਨਫਰੰਸਾਂ ਕਰਨਗੇ, ਕਿਸਾਨਾਂ ਨੂੰ ਸਮਝਾਉਣਗੇ। ਬਈ ਕੀ ਤੁਸੀਂ ਕਿਸਾਨਾਂ ਨੂੰ ਸਮਝਾਓਗੇ? ਪਹਿਲਾਂ ਤਾਂ ਤੁਸੀਂ ਲਿਆਂਦਾ ਹੀ ਕਿਉਂ ਬਿਨਾਂ ਸਮਝਾਏ? ਤੁਸੀਂ ਪਹਿਲਾਂ ਸਮਝਾ ਲੈਂਦੇ, ਜੇ ਸਮਝ ਜਾਂਦੇ ਤੇ ਲੈ ਆਉਂਦੇ, ਜੇ ਨਹੀਂ ਸਮਝਦੇ ਤੇ ਨਾ ਲਿਆਉਂਦੇ। ਤੋ ਇਹ ਤਾਂ ਜਿਹੜਾ ਮੁੱਦਾ ਨਾ ਜੀ, ਇਹ ਮੈਂ ਕਿਸਾਨ ਜਥੇਬੰਦੀਆਂ ਨੂੰ, ਅਸੀਂ ਵੀ ਕਿਸਾਨ ਆ, ਅਸੀਂ ਇਹਨਾਂ ਦੇ ਵਿੱਚੋਂ ਹੀ ਆਉਣੇ ਆ। ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਮੇਰੀ ਇਹਨਾਂ ਨੂੰ ਬੇਨਤੀ ਹੈ ਕਿ ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਤੁਸੀਂ ਇਹ ਜਿਹੜੇ ਚਿੱਟ ਕਪੜੀਏ ਨੇ, ਵੱਡੀਆਂ ਗੱਡੀਆਂ ਲੈ ਕੇ ਤੁਹਾਡੇ ਕੋਲ ਆਉਂਦੇ ਨੇ, ਵੋਟਾਂ ਪਵਾ ਕੇ MLA ਬਣਦੇ ਨੇ, ਮੰਤਰੀ ਬਣਦੇ ਨੇ, ਮੁੜ ਕੇ ਤੁਸੀਂ ਇਹਨਾਂ ਦੀਆਂ ਧੂੜਾਂ ਛੱਡਦੇ ਜੇ। ਤੁਸੀਂ 117 ਬੰਦੇ ਨਹੀਂ ਪੈਦਾ ਕਰ ਸਕਦੇ ਪੰਜਾਬ 'ਚ। 117 ਬੰਦੇ 2 ਕਰੋੜ 16 ਲੱਖ ਤੋਂ ਤੁਹਾਡੇ 'ਚ ਕਿਸੇ ਕਾਬਲੀਅਤ ਹੈ ਨਹੀਂ ਹੈ? ਹਾਂ, ਤੁਸੀਂ ਆਪਦੀ ਕਾਬਲੀਅਤ, ਜੇ ਤੁਸੀਂ ਅੱਜ ਤੁਹਾਨੂੰ ਕੀ ਜ਼ਰੂਰਤ ਹੈ ਕਿਸੇ ਦੇ ਲਾਰਡ ਦੀਆਂ, ਫੈਡਰਲ ਲਾਰਡ ਦੀਆਂ ਮਿੰਨਤਾਂ ਕਰਨ ਦੀ, ਕਿਸੇ ਜ਼ਗੀਰਦਾਰ ਦੀਆਂ ਮਿੰਨਤਾਂ ਕਰਨ ਦੀ? ਹਾਂਜੀ, ਕਿਸੇ ਵੱਡੇ ਜਿਨ੍ਹਾਂ ਦੇ ਇਹਨਾਂ ਦੇ ਘਰਾਣਿਆਂ ਨਾਲ ਸੰਬੰਧ ਨੇ। ਮੈਨੂੰ ਪੱਕਾ ਯਕੀਨ ਹੈ ਜਸਪਾਲ ਜੀ, ਪੱਕਾ 100% ਯਕੀਨ ਹੈ ਕਿ ਇਹ ਜਿਹੜੇ ਆ ਰਹੇ ਨੇ ਅਡਾਨੀ ਅੰਬਾਨੀ, ਇਹਨਾਂ ਨਾਲ ਇਹਨਾਂ ਦਾ ਲੈਣ ਦੇਣ ਹੈ, ਇਹਨਾਂ ਦੇ ਹਿੱਸੇ ਪੱਤੀਆਂ ਨੇ, ਜੋ ਸਮਾਨ ਇਹਨਾਂ ਨੇ ਇੱਥੇ ਮੌਲਾਂ ਚਲਾਉਣੀਆਂ ਨੇ, ਇਹ ਬਿਲਕੁਲ ਉਹਦੇ 'ਚ ਹਿੱਸੇਦਾਰ ਹੋਣਗੇ। ਜਿਵੇਂ ਬਿਜਲੀ ਪੈਦਾ ਕੀਤੀ ਤੇ ਲਿਆਂਦੇ ਆਪਣੇ 2-3 ਪਾਵਰ ਪਲਾਂਟ ਲਿਆਂਦੇ ਤੇ ਆਪਦੇ ਹਿੱਸੇ ਪੱਤੀਆਂ ਪਹਿਲਾਂ ਤੈਅ ਕਰ ਲਈਆਂ। ਇਹ ਤਾਂ ਭਾਈ ਸਾਹਿਬ ਹਿੱਸੇ ਪੱਤੀ ਪਾਰਟੀਆਂ ਨੇ, ਔਰ ਟਾਈਮ ਆ ਗਿਆ ਕਿ ਇਹਨਾਂ ਹਿੱਸੇ ਪੱਤੀਆਂ ਪਾਰਟੀਆਂ ਨੂੰ ਕੱਢ ਕੇ ਪੰਜਾਬ 'ਚੋਂ ਬਾਹਰ ਸੁੱਟਣ ਦਾ, ਔਰ ਇੱਥੇ ਲੋਕਾਂ ਦੀ ਸਰਕਾਰ ਲਿਆਉਣ ਦਾ ਟਾਈਮ ਆ ਗਿਆ। ਲੋਕਾਂ ਦੀ ਸਰਕਾਰ, ਆਓ ਸਾਰੇ ਇਕੱਠੇ ਹੋ ਕੇ ਮੈਂ ਬੇਨਤੀ ਕਰਦਾ ਕਿਸਾਨਾਂ ਨੂੰ, ਅਸੀਂ ਵੀ ਕਿਸਾਨ ਆ, ਤੁਸੀਂ ਵੀ ਕਿਸਾਨ ਜੇ, ਅਸੀਂ ਵੀ ਤੁਹਾਡੇ ਕੋਲ ਧੱਕੇ ਖਾ ਰਹੇ, ਤੁਸੀਂ ਵੀ ਇਕੱਠੇ ਕਰ, ਆਓ ਇਕੱਠੇ ਹੋ ਕੇ ਸਾਰੇ ਆਪਾਂ ਇਹਨਾਂ ਨੂੰ ਕੱਢ ਕੇ ਬਾਹਰ ਮਾਰੀਏ। 117-20 ਬੰਦੇ, 140 ਬੰਦੇ ਪੈਦਾ ਕਰ ਲਈਏ ਆਪਾਂ, ਤੇ ਆਪਾਂ ਸਰਕਾਰ ਬਣਾ ਕੇ ਤੇ ਆਪਣੇ ਮਨਮਾਨੀ ਦੇ ਕਾਨੂੰਨ ਲਿਆਈਏ ਔਰ ਆਪਣੇ ਸੁਧਾਰ ਲਿਆਈਏ ਪੰਜਾਬ ਦੇ ਵਿੱਚ। ਦੇਖੋ, ਤੁਸੀਂ ਗੰਨੇ ਦੀ ਪੇਮੈਂਟ ਵਾਸਤੇ 3-3 ਸਾਲ ਧੱਕੇ ਖਾਂਦੇ ਜੇ,
ਇਹ ਤਾਂ ਚੀਨੀ ਬਣਾ ਕੇ ਵੇਚ ਕੇ ਖਾ ਜਾਂਦੇ ਨੇ, ਤੇ ਪੇਮੈਂਟ ਕਿੱਥੇ ਜਾਂਦੀ ਹੈ? ਪੇਮੈਂਟ ਕਿਉਂ ਨਹੀਂ ਆਉਂਦੀ? ਇਹਨਾਂ ਦੇ ਚੱਕਰ 'ਚ ਨਾ ਆਇਆ ਜੇ, ਨਾ ਅਕਾਲੀਆਂ ਦੇ ਚੱਕਰ 'ਚ ਆਣਾ, ਨਾ ਕਾਂਗਰਸ ਦੇ ਚੱਕਰ 'ਚ ਆਣਾ, ਜੇ ਤੁਸੀਂ ਆਪਣੀ ਮੂਵਮੈਂਟ ਨੂੰ ਬਚਾਉਣਾ ਔਰ ਇਹਨਾਂ ਦੇ ਬੰਦਿਆਂ ਦੇ ਧਿਆਨ ਰੱਖਣਾ ਹੈ ਕੌਣ ਬੰਦਾ ਕਿੱਥੋਂ ਬੋਲ ਰਿਹਾ ਹੈ। ਅੱਜ ਮੈਂ ਦੇਖ ਰਿਹਾ ਸੀ ਸਿੰਗਰ ਬੜਾ ਬੋਲ ਰਿਹਾ ਸੀ ਸੁਪਰੀਮ ਕੋਰਟ ਦੇ ਜੱਜ ਜਿਹੜੇ ਨੇ ਉਹ ਕੋਈ ਭਲਾ ਜੱਜ ਵੀ ਹੋਏਗਾ, ਅਸੀਂ ਸੁਪਰੀਮ ਕੋਰਟ ਵੀ ਜਾਵਾਂਗੇ, ਉਹਨੂੰ ਦੱਸ ਭਲਾ ਜੱਜ ਕੀ ਹੁੰਦਾ ਬਈ? ਆਰਡੀਨੈਂਸ ਜਿਹੜਾ ਸਰਕਾਰ ਨੇ ਪਾਸ ਕੀਤਾ, ਭਲਾ ਜੱਜ ਉਹਦੇ ਖਿਲਾਫ ਕਿਵੇਂ ਚਲਾ ਜਾਊ? ਤੋ ਇਹ ਤਾਂ ਬੇਵਕੂਫ ਬਣਾਉਣ ਵਾਲੀਆਂ ਗੱਲਾਂ ਚੱਲ ਰਹੀਆਂ। ਤੇ ਮੇਰੀ ਇੱਕੋ ਹੀ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਕਿ ਇੱਕ ਗੱਲ ਤਾਂ ਡਟੇ ਰਹੋ, ਅਸੀਂ ਸਾਰੇ ਤੁਹਾਡੇ ਨਾਲ ਹਾਂ। ਭਾਵੇਂ ਸਾਡੀ ਪੋਲੀਟੀਕਲ ਪਾਰਟੀ ਬਿਲਕੁਲ ਨਈ ਪਾਰਟੀ ਹੈ, ਸਾਨੂੰ ਅਜੇ ਥੋੜੀ ਦੇਰ ਹੀ ਹੋਈ ਬਣਾਈ ਨੂੰ, ਲੇਕਿਨ ਉਹ ਤੁਹਾਡੀ ਪਾਰਟੀ ਹੈ, ਉਹ ਕਿਰਤੀਆਂ ਤੇ ਕਿਸਾਨਾਂ ਦੀ ਪਾਰਟੀ ਹੈ, ਉਹ ਪੱਲੇਦਾਰਾਂ ਦੀ ਪਾਰਟੀ ਹੈ, ਉਹ ਲੋਕਾਂ ਦੇ ਮਿਡਲ ਕਲਾਸ ਦੀ ਪਾਰਟੀ ਹੈ। ਤੇ ਆਓ ਮਿਲ ਕੇ ਇਹਨਾਂ ਨੂੰ ਚੱਕ ਕੇ ਬਾਹਰ ਮਾਰੀਏ। ਮੈਂ ਦੂਜੀ ਬੇਨਤੀ ਇਹ ਹੈ ਕਿ ਡਟੇ ਰਹੋ। ਮੈਂ ਗੱਲ ਪੁੱਛਣੀ ਚਾਹੁੰਦਾ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਾਂਗਰਸ ਦਾਅਵਾ ਕਰ ਰਹੀ ਹੈ ਕਿ ਸੁਪਰੀਮ ਕੋਰਟ 'ਚ ਜਾਣਾ, ਤੁਸੀਂ ਕਹਿ ਰਹੇ ਹੋ ਕਿ ਇਹ ਸਮੇਂ ਦੀ ਬਰਬਾਦੀ ਹੋਵੇਗੀ, ਤਾਂ ਹਾਲ ਫਿਲਹਾਲ ਆਪਸ਼ਨਸ ਕੀ ਨੇ ਕਿ ਕੀ ਕੀਤਾ ਜਾ ਸਕਦਾ ਹੈ ਵੀ ਜਿਹੜਾ ਜਿਹਦੇ ਨਾਲ ਕਿਸਾਨਾਂ ਨੂੰ ਇਮੀਡੀਏਟਲੀ ਕੋਈ ਨਾ ਕੋਈ ਸੁੱਖ ਦਾ ਸਾਹ ਮਿਲੇ? ਦੇਖੋ ਜੀ, ਐਟ ਪ੍ਰੈਜ਼ੈਂਟ ਤਾਂ ਜਿੰਨੀ ਮੂਵਮੈਂਟ ਅਸੀਂ ਸਟਰੋਂਗ ਕਰਾਂਗੇ ਨਾ ਜੀ, ਆਪਣੀ ਮੂਵਮੈਂਟ ਸਟਰੋਂਗ ਕਰੋ ਤੇ ਸਰਕਾਰਾਂ ਦੇ ਨੱਕ 'ਚ ਦਮ ਕਰ ਦਿਓ ਕਿ ਇਹਨਾਂ ਨੂੰ ਰਿਪੀਲ ਕਰਨੇ ਪੈਣ ਇਹ ਐਕਟ ਪਹਿਲਾਂ ਕਿਸਾਨਾਂ ਨਾਲ ਬਹਿ ਜਾਣ, ਬਹਿ ਕੇ ਉਹਨਾਂ ਨਾਲ ਕੋਈ ਫੈਸਲੇ ਕਰਨ, ਫਿਰ ਉਹਨਾਂ ਨੂੰ ਦੱਸਣ ਆ ਲਿਆ ਰਹੇ ਆ ਤੁਹਾਡੀ ਜ਼ਮੀਨ ਹੈ, ਕਰਜ਼ਾ ਸ਼ਾਹੂਕਾਰ ਲਏਗਾ ਉਹਦੇ ਤੇ, ਉਹ ਸ਼ਾਹੂਕਾਰ ਫੇਲ ਹੋ ਗਿਆ, ਲੈਟਸ ਸੇ ਕੰਪਨੀ ਫੇਲ ਹੋ ਜਾਂਦੀ ਹੈ, ਕੰਪਨੀਆਂ ਹਜ਼ਾਰਾਂ ਕੰਪਨੀਆਂ, ਅਡਾਨੀ ਅਬਾਨੀ ਹੁਣ ਵੀ ਫੇਲ ਹੋਏ ਪਏ ਨੇ, ਅਬਾਨੀ ਨੇ ਹਜ਼ਾਰਾਂ ਕਰੋੜ ਰੁਪਇਆ ਦੇਣਾ ਹੈ, ਕੱਲ ਨੂੰ ਅਬਾਨੀ ਇੱਥੇ ਫੇਲ ਹੋ ਜਾਂਦਾ ਤੇ ਸਾਡੀਆਂ ਤਾਂ ਜ਼ਮੀਨਾਂ ਹੀ ਗਈਆਂ ਨੇ ਬੈਂਕਾਂ ਕੋਲੇ, ਪੈਸੇ ਉਹ ਲੈ ਗਿਆ, ਜ਼ਮੀਨਾਂ ਸਾਡੀਆਂ ਜਾਣਗੀਆਂ। ਇਨ ਕੇਸ ਉਹ ਇਹ ਸਾਰਾ ਜਿਹੜਾ ਐ ਥੋੜੀ ਕਿ ਪਾਰਲੀਮੈਂਟ 'ਚ ਪਾਸ ਕਰਤਾ, ਲਓ ਜੀ ਫੜਾ ਦਿਓ ਡਾਨੀਆਂ ਬਾਨੀਆਂ ਦੇ ਹੱਥੇ, ਸਾਰਾ ਪੰਜਾਬ ਦੇ ਖੁਰਪੇ ਤੇ ਰੰਬੀਆਂ ਸਾਡੇ ਜੱਟਾਂ ਦੇ ਹੱਥੇ ਫੜਾ ਦਿਓ, ਲਓ ਮਿੱਤਰੋ ਕਰਦੇ ਰਹੋ ਇੱਥੇ ਦਿਹਾੜੀਆਂ, ਐ ਥੋੜੀ ਹੁੰਦਾ। ਇਹ ਕੋਈ ਕਾਨੂੰਨ ਪਾਸ ਹੁੰਦੇ ਨੇ? ਨਾ ਕੋਈ ਡਿਬੇਟ ਹੋਈ, ਨਾ ਕੋਈ ਜਿਹੜਾ ਹੋਈ, ਨਾ ਕੋਈ ਗੱਲ ਹੋਈ, ਨਾ ਕੋਈ ਬਾਤ ਹੋਈ, ਨਾ ਕਿਸਾਨ ਜਥੇਬੰਦੀਆਂ ਨੂੰ ਕਨਫੀਡੈਂਟ 'ਚ ਲਿਆ, ਨਾ ਉਹਨਾਂ ਨਾਲ ਕੋਈ ਮੀਟਿੰਗ ਕੀਤੀ। ਹੁਣ ਕਹਿੰਦੇ ਮੀਟਿੰਗਾਂ ਕਰਾਂਗੇ, ਹੁਣ ਕਮੇਟੀ ਬਣਾ ਰਹੇ। ਕਿਆ ਤਮਾਸ਼ਾ ਬਣਾ ਰੱਖਿਆ ਇਹਨਾਂ ਨੇ ਮੁਲਕ ਦਾ? ਇਹਨਾਂ ਨੇ ਮੁਲਕ ਦਾ ਬੇੜਾ ਗਰਕ ਕਰ ਦਿੱਤਾ ਔਰ ਇਹ ਪਤਾ ਹੀ ਨਹੀਂ ਅੱਗੇ ਇਹਨਾਂ ਨੇ ਕੀ ਬਣਾਉਣਾ ਤੇ ਕੀ ਨਹੀਂ ਬਣਾਉਣਾ। ਤੇ ਮੈਨੂੰ ਬੜੀ ਸ਼ਰਮ ਆਉਂਦੀ ਹੈ ਕਿ ਤੁਸੀਂ ਐਡੀ ਵੱਡੀ ਪਾਰਟੀ, ਤੁਸੀਂ ਇੱਕ ਐਡਾ ਵੱਡਾ ਮੁਲਕ ਚਲਾ ਰਹੇ ਜੇ, ਤੇ ਐਡੀਆਂ ਬੇਹੂਤੀਆਂ ਤੁਸੀਂ ਬਿੱਲ ਲੈ ਕੇ ਆਉਂਦੇ ਜੇ, ਐਡੇ ਥਰਡ ਕਲਾਸ ਤੁਸੀਂ ਤੁਹਾਡੇ ਥਾਟਸ ਨੇ, ਤੇ ਕੀ ਬਣੇਗਾ ਮੁਲਕ ਦਾ, ਸਾਡੇ ਦਾ? ਇਹ ਮੁਲਕ ਸਾਡਾ ਹੈ, ਅਸੀਂ ਇਹਨੂੰ ਸਾਡੇ ਖੂਨ ਨਾਲ ਸਿੰਜਿਆ ਹੋਇਆ ਸੀ। ਕੈਪਟਨ ਸਾਹਿਬ, ਤੁਸੀਂ ਇੱਕ ਗੱਲ ਵਾਰ-ਵਾਰ ਰਿਪੀਟ ਕੀਤੀ ਕਿ ਲੀਡਰਾਂ ਤੇ ਭਰੋਸਾ ਨਾ ਕਰੋ। ਪੰਜਾਬ ਦੇ ਵਿੱਚ ਬਹੁਤ ਸਾਰੇ ਲੀਡਰ ਨੇ, ਮੈਂ ਨਾਮ ਨਹੀਂ ਲੈਣਾ ਚਾਹੂੰਗਾ, ਹੋ ਸਕਦਾ ਤੁਹਾਡੀ ਕਿਸੇ ਨਾਲ ਨੇੜਤਾ ਹੋਵੇ, ਤਾਂ ਬਹੁਤ ਸਾਰੇ ਲੀਡਰ ਜਿਹੜੇ ਨੇ ਅੱਜ ਬੜੇ ਵਧੀਆ, ਚਾਹੇ ਆਪੋਜੀਸ਼ਨ ਦੇ ਵਿੱਚ ਵੀ ਨੇ, ਉਹ ਬੜੇ ਦਾਅਵੇ ਕਰ ਰਹੇ ਨੇ, ਬੜੀਆਂ ਚੰਗੀਆਂ ਗੱਲਾਂ ਲਿਆ ਕੇ ਸਾਹਮਣੇ ਆ ਰਹੇ ਨੇ। ਤਾਂ ਹੁਣ ਇੱਕ ਤਾਂ ਕਿਸਾਨ ਹੈ, ਅਨਐਜੂਕੇਟਡ ਹੈ, ਬਹੁਤਾ ਪੜ੍ਹਿਆ ਲਿਖਿਆ ਨਹੀਂ, ਅਣਜਾਣ ਹੈ ਕਈ ਗੱਲਾਂ ਤੋਂ, ਤੁਸੀਂ ਕਈ ਚੀਜ਼ਾਂ ਤੋਂ ਵਾਕਫ ਹੋ, ਸੰਪੂਰਨ ਤਾਂ ਬੰਦਾ ਕੋਈ ਵੀ ਨਹੀਂ ਹੁੰਦਾ, ਪਰ ਜੇ ਤੁਹਾਨੂੰ ਇੱਕ ਲੀਡਰ, ਜਿਹੜੇ ਹੁਣ ਮੌਜੂਦਾ ਲੀਡਰ ਨੇ ਪੰਜਾਬ ਦੇ ਵਿੱਚ, ਇਹਨਾਂ ਵਿੱਚੋਂ ਕੁਝ ਬੰਦੇ ਸਿਲੈਕਟ ਕਰਨੇ ਪੈਣ, ਤਾਂ ਤੁਸੀਂ ਕਿਹੜੇ ਲੀਡਰਾਂ ਨੂੰ ਚਾਹੋਗੇ ਵੀ ਇਹ ਲੀਡਰ ਨਾਲ ਆ ਕੇ ਰਲ ਸਕਦੇ ਨੇ? ਤਾਂ ਕਿਸੇ ਵੀ ਐਕਸ ਐਮਐਲਏ ਨੂੰ ਜਿਹਨੇ ਇਹਨਾਂ ਸਰਕਾਰਾਂ ਦੇ ਸੁੱਖ ਭੋਗੇ ਹੋਏ ਨੇ ਤੇ ਲੁੱਟ ਮਾਰ ਦਾ ਹਿੱਸਾ ਰਹੇ ਨੇ, ਅਸੀਂ ਤਾਂ ਕਿਸੇ ਨੂੰ ਵੀ ਐਕਸੈਪਟ ਨਹੀਂ ਕਰਾਂਗੇ। ਅਸੀਂ 117 ਬੰਦੇ ਅਸੀਂ ਲੀਡਰ ਪੈਦਾ ਕਰ ਸਕਦੇ ਹਾਂ, ਸਾਡੇ ਕੋਲ ਲੀਡਰ ਪੈਦਾ ਹੋ ਜਾਣਗੇ। ਯੰਗ ਮੁੰਡੇ ਨੇ ਜਿਹੜੇ ਅੱਜ ਕੱਲ ਸਾਰਾ ਡੰਡੇ ਝੰਡੇ ਚੁੱਕੀ ਫਿਰਦੇ ਨੇ, ਉਹ ਲੀਡਰ ਕਿਉਂ ਨਹੀਂ ਪੈਦਾ ਹੋ ਸਕਦੇ? ਇਹਨਾਂ ਦੇ ਚਿੱਟੇ ਕੱਪੜਿਆਂ ਦੇ ਭਾਸ਼ਣ ਤੇ ਵੱਡੀਆਂ ਗੱਡੀਆਂ 'ਚ ਆ ਜਾਂਦੇ ਨੇ, ਤੇ ਆ ਕੇ 10 ਕੁ ਬੰਦੇ ਨਾਲ ਲੈ ਆਉਂਦੇ ਨੇ, ਆਪਦੇ ਨਾਅਰੇ ਮਰਵਾ ਲੈਂਦੇ ਨੇ ਤੇ ਵੱਡੇ ਭਾਸ਼ਣ ਕਰਦੇ ਨੇ। ਇਹਨਾਂ ਦੀ ਮਨਸ਼ਾ ਪਿੱਛੇ ਕੁਝ ਹੋਰ ਹੈ। ਜਦੋਂ ਇਹ ਬੋਲਦੇ ਨੇ ਇਹਨਾਂ ਨੂੰ ਪਤਾ ਅਸੀਂ ਕੀ ਬੋਲ ਰਹੇ ਹਾਂ, ਔਰ ਅੱਗੇ ਸੁਣਾ ਕੁਝ ਹੋਰ ਰਹੇ ਨੇ। ਹਾਂਜੀ, ਮੈਂ ਵੀ ਕਿਸੇ ਦਾ ਨਾਂ ਨਹੀਂ ਲੈਣਾ, ਵੱਡੇ ਲੀਡਰਾਂ ਦਾ, ਲੇਕਿਨ ਕੋਈ ਗੱਲ ਨਹੀਂ, ਅਸੀਂ ਕਰ ਲਾਂਗੇ ਲੀਡਰ ਪੈਦਾ। ਇਹ 2 ਕਰੋੜ 16 ਲੱਖ ਜੋ ਅਸੀਂ 117 ਲੀਡਰ ਹੀ ਪੈਦਾ ਕਰਦੇ ਨਾ, ਹੁਣ ਇਹਨਾਂ ਨੇ ਆਪੇ ਹੀ ਲੀਡਰ ਪੈਦਾ ਹੋ ਜਾਣੇ ਸਾਡੇ। ਆ ਜਿਵੇਂ ਮੁੰਡੇ ਸੰਘਰਸ਼ ਜਾਣਗੇ, ਉਸ ਤਰ੍ਹਾਂ ਚਮਕਣਗੇ ਔਰ ਉਹ ਲੀਡਰ ਬਣਨਗੇ, ਔਰ ਲੀਡਰ ਬਣ ਕੇ ਉੱਠਣਗੇ। ਪੰਜਾਬ 'ਚ ਅਸੀਂ ਚੇਂਜ ਲਿਆਵਾਂਗੇ। ਕੈਪਟਨ ਸਾਹਿਬ, ਜਿਵੇਂ ਮੋਰਚੇ ਲੱਗਦੇ ਨੇ, ਕਈ ਵਾਰੀ ਨਾਕਾਮਯਾਬ ਵੀ ਹੋ ਜਾਂਦੇ ਨੇ, ਫੇਲ ਵੀ ਹੋ ਜਾਂਦੇ ਆ ਮੋਰਚੇ। ਬਰਗਾੜੀ ਦਾ ਮੋਰਚਾ ਵੀ ਦੇਖਿਆ, ਉਦੋਂ ਪਹਿਲਾਂ ਵੀ ਕਈ ਮੋਰਚੇ ਲੱਗੇ, ਫੇਲ ਹੋਏ ਜਿਹੜੇ, ਔਰ ਕਈ ਥਾਵਾਂ ਤੇ ਕਾਮਯਾਬੀ ਮਿਲ ਵੀ ਜਾਂਦੀ ਹੈ। ਤਾਂ ਤੁਹਾਨੂੰ ਲੱਗਦਾ ਕਿ ਜਿਹੜਾ ਮੌਜੂਦਾ ਕਿਸਾਨੀ ਸੰਘਰਸ਼ ਚੱਲ ਰਿਹਾ ਇਸ ਟਾਈਮ, ਚੱਲ ਤਾਂ ਵੈਸੇ ਬੜੇ ਲੰਬੇ ਸਮੇਂ ਤੋਂ ਰਿਹਾ ਸੀ, ਪਰ ਕਿਤੇ ਨਾ ਕਿਤੇ ਜੇ
ਅਕਾਲੀ ਦਲ ਨਾਲ ਸੰਬੰਧਿਤ ਕਿਸਾਨ ਜਥੇਬੰਦੀਆਂ ਸੀ ਉਹਨਾਂ ਨਾਲ ਸਮਝੌਤਾ ਕਰਕੇ ਹਾਂਜੀ ਹਾਂ ਸਭ ਗੱਲਾਂ ਬਾਤਾਂ ਨਿਬੜ ਗਈਆਂ ਜੀ। ਜੇ ਕੋਈ ਕਾਂਗਰਸ ਪਾਰਟੀ ਨਾਲ ਸੰਬੰਧਿਤ ਹੁੰਦੀਆਂ ਸੀ ਜਥੇਬੰਦੀਆਂ ਉਹ ਵੀ ਕਹਿੰਦੇ ਹਾਂਜੀ ਹਾਂ ਸਾਡੀ ਗੱਲਬਾਤ ਹੋ ਚੁੱਕੀ ਹੈ ਜੀ, ਜਦੋਂ ਸਰਕਾਰ ਆਏਗੀ ਤੇ ਸਾਰਾ ਮਸਲਾ ਹੱਲ ਹੋ ਜਾਏਗਾ। ਇਸ ਤਰੀਕੇ ਨਾਲ ਵੀ ਬੜਾ ਤਾਰੋ ਪੀੜੋ ਹੁੰਦਾ ਰਿਹਾ ਕਿਸਾਨੀ ਸੰਘਰਸ਼ ਜਿਹੜਾ ਸੀ ਪਿਛਲੇ ਲੰਮੇ ਸਮੇਂ ਤੋਂ। ਜਿਹੜਾ ਮੌਜੂਦਾ ਸੰਘਰਸ਼ ਚੱਲ ਰਿਹਾ ਤੁਹਾਨੂੰ ਲੱਗਦਾ ਕਿ ਇਹ ਰਾਜਨੀਤੀ ਤੋਂ ਪਰੇ ਹੈ, ਇਹਦੇ ਵਿੱਚ ਰਾਜਨੀਤੀ ਦਖਲ ਨਹੀਂ ਦੇ ਰਹੀ ਔਰ ਇਹ ਕਾਮਯਾਬ ਹੋ ਕੇ ਰਹੇਗਾ, ਕੋਈ ਗਲਤੀਆਂ ਨਹੀਂ ਕਰਨਗੇ ਕਿਸਾਨ ਜਥੇਬੰਦੀਆਂ? ਮੈਂ ਇਹ ਕਹਿ ਰਿਹਾ ਜੀ ਰਾਜਨੀਤੀ ਪੂਰਾ ਜ਼ੋਰ ਲਾਈ ਬੈਠੀ ਹੈ ਇੰਟਰਵੀਨ ਕਰਨ ਵਾਸਤੇ, ਵਿੱਚ ਆਪਣੇ ਬੰਦੇ ਭੇਜ ਕੇ ਪੂਰਾ ਜ਼ੋਰ ਲਾਈ ਬੈਠੀ ਹੈ ਸੰਘਰਸ਼ ਨੂੰ ਫੇਲ ਕਰਨ ਵਾਸਤੇ। ਉਹਨਾਂ ਦੇ ਇੰਟਰਸਟ ਅਡਾਨੀਆਂ ਬਾਨੀਆਂ ਨਾਲ ਨੇ, ਕਿਸਾਨਾਂ ਨਾਲ ਨਹੀਂ ਹੈਗੇ ਜਸਪਾਲ ਜੀ, ਮੇਰੀ ਗੱਲ ਨੋਟ ਕਰ ਲਓ। ਉਹਨਾਂ ਦੇ ਇੰਟਰਸਟ ਅਡਾਨੀਆਂ ਬਾਨੀਆਂ ਨਾਲ ਨੇ। ਉਹਨਾਂ ਦੇ ਜਿਵੇਂ ਹਰਸਿਮਰਤ ਕੌਰ ਤਾਂ ਅਸਤੀਫਾ ਦੇ ਕੇ ਵੀ ਤਾਰੀਫਾਂ ਕਰੀ ਜਾ ਰਹੀ ਸੀ ਇਹ ਬਿੱਲ ਬਹੁਤ ਵਧੀਆ ਹੈ, ਤੇ ਬਾਦਲ ਸਾਹਿਬ ਵੀ ਤਾਰੀਫਾਂ ਕਰੀ ਜਾ ਰਹੇ ਸੀ। ਇਹ ਸਾਰੇ ਤੇ ਬਿੱਲ ਪਾਸ ਵੀ ਕੀਤੇ ਇਹਨਾਂ ਨੇ, ਤੇ ਕੋਲਡ ਚੇਨਾਂ ਵੀ ਸਾਈਨ ਕੀਤੀਆਂ ਇਹਨਾਂ ਨੇ, ਤੇ ਅਮਰਿੰਦਰ ਸਿੰਘ ਨੇ ਵੀ 2017 ਚ ਸਾਈਨ ਕੀਤੇ, ਤੇ ਮੀਟਿੰਗ ਦੇ ਵਿੱਚ ਵੀ ਹਾਜ਼ਰ ਸੀਗੇ। ਹੁਣ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਸਾਡਾ ਤਾਂ ਸਭ ਕੁਝ ਖਤਰੇ 'ਚ ਪੈ ਗਿਆ ਹੈ, ਸਾਡਾ ਤਾਂ ਦਾਅ ਤੇ ਲੱਗ ਗਿਆ ਸਾਰਾ ਭਵਿੱਖ ਪਾਰਟੀਆਂ ਦਾ, ਹੁਣ ਇੱਕਦਮ ਪੈਂਤੜਾ ਬਦਲ ਕੇ ਆ ਰਹੇ ਨੇ, ਇੱਕਦਮ ਪੈਂਤੜੇ ਬਦਲ ਕੇ। ਕੋਈ ਕਿੱਥੇ ਭੱਜਿਆ ਫਿਰਦਾ, ਕੋਈ ਕਿਸਾਨਾਂ ਦੇ ਹੱਕ ਦੀ, ਕੋਈ ਕਹਿੰਦਾ ਮੈਂ ਆਹ ਕਰ ਦੂੰ, ਕੋਈ ਕਹਿੰਦਾ ਮੈਂ ਮਤਾ ਲਿਆਉਂ, ਕੋਈ ਕਹਿੰਦਾ ਮੈਂ ਸੁਪਰੀਮ ਕੋਰਟ ਜਾਊਂ। ਔਰ ਅਕਾਲੀਆਂ ਨੂੰ ਤਾਂ ਕੋਈ ਗਰਾਊਂਡ ਨਹੀਂ ਮਿਲਿਆ, ਉਹ ਤਖਤਾਂ ਤੇ ਚਲੇ ਗਏ, ਉਹ ਗੁਰਦੁਆਰਿਆਂ ਤੋਂ ਜਾ ਕੇ ਮੁਹਿੰਮ ਸ਼ੁਰੂ ਕਰਤੀ ਉਹਨਾਂ ਨੇ, ਕਿਉਂਕਿ ਬਾਹਰ ਤਾਂ ਲੋਕੀ ਕਰਨ ਨਹੀਂ ਦਿੰਦੇ। ਉਹ ਅਗੇਨ ਉਹਨਾਂ ਨੇ ਸਾਡੇ ਤਖਤਾਂ ਨੂੰ, ਸਾਡੇ ਪਵਿੱਤਰ ਗੁਰਦੁਆਰਿਆਂ ਨੂੰ ਇਸ ਕੰਮ ਵਾਸਤੇ, ਲੋਕਾਂ ਨੂੰ ਮਿਸਗਾਈਡ ਕਰਨ ਵਾਸਤੇ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਕਿ ਕੁਝ ਸੰਗਤਾਂ ਕੱਲ ਜਾ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਮਿਲੀਆਂ ਵੀ ਨੇ, ਨੌਜਵਾਨ ਮਿਲੇ ਵੀ ਨੇ ਕਿ ਇਹਨਾਂ ਨੂੰ ਇਹ ਬੰਦ ਕਰੋ। ਔਰ ਇਹ ਮੂਵਮੈਂਟ ਜਿਹੜੀ ਹੈ ਇਹਦਾ ਗੁਰਦੁਆਰਿਆਂ ਦਾ ਕੋਈ ਸੰਬੰਧ ਨਹੀਂ ਹੈ, ਇਹਦਾ ਐਸਜੀਪੀਸੀ ਨਾਲ ਕੋਈ ਸੰਬੰਧ ਨਹੀਂ ਹੈ। ਇਹ ਗੁੰਮਰਾਹ ਨਾ ਕਰਨ ਲੋਕਾਂ ਨੂੰ, ਤੇ ਇਹ ਧਾਰਮਿਕ ਫੀਲਿੰਗ ਨੂੰ ਕਰਕੇ ਸਾਡੇ ਸੰਘਰਸ਼ ਨੂੰ ਵੀਕ ਨਾ ਕਰਨ। ਤੇ ਇੱਥੋਂ ਤੱਕ ਜਿਹੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ, ਇੱਥੋਂ ਤੱਕ ਜਿਹੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ, ਮੈਨੂੰ ਲੱਗਦਾ ਵੀ ਇਹ ਤਾਂ ਪਲਾਂਟ ਹੀ ਜਿਵੇਂ ਮੋਦੀ ਨੇ ਕੀਤੇ ਹੁੰਦੇ ਆ, ਦੇ ਆਰ ਪਲਾਂਟਡ ਪੀਪਲ। ਤੇ ਜਿਹੜੇ ਹੋਰ ਵੀ ਬੜੇ ਲੀਡਰ ਨੇ ਉਹ ਬੜੇ ਬੜੇ ਭਾਸ਼ਣ ਕਰਦੇ ਨੇ ਤੇ ਐਂਡ ਤੇ ਆ ਕੇ ਗੋਲਮੋਲ ਜੀ ਗੱਲ ਵੀ ਕਰ ਜਾਂਦੇ ਨੇ। ਸੋ ਸਾਰਾ ਹੀ ਸ਼ੱਕੀ ਢਾਂਚਾ। ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਕਹਿੰਦਾ ਤੁਸੀਂ ਪੜ੍ਹੇ ਲਿਖੇ ਜੇ, ਤੁਹਾਡੇ 'ਚ ਮੁੰਡੇ ਪੜ੍ਹੇ ਲਿਖੇ ਨੇ, ਤੁਸੀਂ ਲੀਡਰ ਜੇ, ਤੇ ਧੋਖੇ 'ਚ ਨਾ ਆਏ ਜੇ। ਆਖਰੀ ਫੈਸਲਾ ਹੈ ਜੀ, ਇਹਦੇ 'ਚ ਅੰਤ ਹੈ, ਕਿਸਾਨੀ ਦਾ ਅੰਤ ਹੈ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਧੋਖੇ 'ਚ ਆਏਗਾ, ਜਾਂ ਕੋਈ ਵੀ ਈਵਨ ਜੇ ਕੋਈ ਲੀਡਰ ਕਿਸਾਨ ਲੀਡਰ ਵੀ ਵਿਕਾਊ ਹੋਏਗਾ ਫਿਰ ਵੀ ਲੋਕੀ ਉਹਨੂੰ ਟੋਲਰੇਟ ਨਹੀਂ ਕਰਨਗੇ। ਇਹ ਕੋਈ ਵੀ ਇਹਦੇ 'ਚ ਧੋਖੇ ਨਹੀਂ ਆ ਸਕਦਾ, ਕਿਉਂਕਿ ਡੂ ਐਂਡ ਡਾਈ ਹੈ। ਇਹਦਾ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ, ਇਹਦਾ ਬੱਚਿਆਂ ਦਾ ਸਵਾਲ ਹੈ, ਇਹਦਾ ਭਵਿੱਖ ਦਾ ਸਵਾਲ ਹੈ, ਇਹਦਾ ਪੰਜਾਬ ਦਾ ਸਵਾਲ ਹੈ, ਸਾਡੀ ਧਰਤੀ ਦਾ ਸਵਾਲ ਹੈ। ਇਸ ਕਰਕੇ ਇਹ ਮੋਰਚਾ ਮੈਨੂੰ ਫੇਲ ਹੋਣ ਦੇ ਨਹੀਂ ਨਜ਼ਰ ਆਉਂਦਾ। ਕੈਪਟਨ ਸਾਹਿਬ ਇੱਕ ਆਖਰੀ ਸਵਾਲ ਹੈ, ਤੁਸੀਂ ਵੀ ਕਿਸਾਨ ਹੋ, ਖੇਤੀ ਕਰਦੇ ਹੋ, ਤਾਂ ਇਹਦਾ ਜਿਹੜਾ ਅਸਰ ਜਿਵੇਂ ਮੋਦੀ ਸਾਹਿਬ ਕਹਿ ਰਹੇ ਨੇ, ਰੂਲਿੰਗ ਪਾਰਟੀ ਕਹਿ ਰਹੀ ਹੈ ਕਿ ਕੋਈ ਮਾਰੂ ਅਸਰ ਨਹੀਂ, ਕਿਸਾਨਾਂ ਦੀ ਜਿਹੜੀ ਇਨਕਮ ਹੈ ਡਬਲ ਹੋ ਜਾਏਗੀ, ਤਾਂ ਹੁਣ ਉਹ ਵੀ ਜ਼ਿੰਮੇਵਾਰ ਬੰਦੇ ਨੇ, ਸਰਕਾਰ ਆ ਕੋਈ ਸੋਚ ਕੇ ਫੈਸਲਾ ਲੈ ਰਹੀ ਹੈ, ਲੇਕਿਨ ਤੁਹਾਡੇ ਮੁਤਾਬਕ ਇਹਦਾ ਮਾਰੂ ਅਸਰ ਕੀ ਪੈ ਸਕਦਾ ਕਿਸਾਨਾਂ ਦੇ ਉੱਪਰ? ਇਸ ਜਿਹੜਾ ਆਰਡੀਨੈਂਸ ਖੇਤੀ ਹੈ, ਆਰਡੀਨੈਂਸ ਪਾਸ ਕੀਤਾ ਹੈ, ਜਿਹੜਾ ਕੰਟਰੈਕਟ ਫਾਰਮਿੰਗ ਹੈ ਨਾ ਜੀ, ਕੋਈ ਵੀ ਕੰਟਰੈਕਟਰ ਹੁੰਦਾ, ਮੈਂ ਵੀ ਕੰਟਰੈਕਟਰ ਹੈਗਾ ਭਾਰਤ ਪੈਟਰੋਲੀਅਮ ਦਾ। ਜਦੋਂ ਕੰਟਰੈਕਟ ਸਾਈਨ ਹੁੰਦਾ ਹੈ ਜਸਪਾਲ ਜੀ, ਉਹਦੇ 'ਚ ਹਜ਼ਾਰਾਂ ਕਲੌਜ਼ਸ ਹੁੰਦੀਆਂ, ਇੱਕ ਵੀ ਕਲੌਜ਼ ਤੁਹਾਡੇ ਹੱਕ 'ਚ ਨਹੀਂ ਹੁੰਦੀ, ਇੱਕ ਵੀ। ਸਾਰੀ ਕਲੌਜ਼ ਜਿਹੜੀ ਹੈ ਉਹ ਕੰਪਨੀ ਨੂੰ ਪ੍ਰੋਟੈਕਟ ਕਰਨ ਵਾਸਤੇ ਹੁੰਦੀ। ਉਹਨਾਂ ਦੇ ਵਕੀਲ ਕਹਿੰਦੇ ਆਹ ਵੀ ਲਿਖਾ ਲਓ, ਤੇ 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 ਆਹ ਵੀ ਲਿਖਾ ਲਓ। ਤੁਹਾਡੀ ਪ੍ਰੋਟੈਕਸ਼ਨ ਕਿੱਥੇ ਹੈ? ਪੈਪਸੀ ਇੱਥੇ ਆਇਆ ਸੀ, ਉਹਨਾਂ ਨੇ ਆਲੂ ਲਵਾਏ ਸੀ, ਜਦੋਂ ਆਲੂਆਂ ਦਾ ਗਲਟ ਆ ਗਿਆ ਤੇ ਉਹਨਾਂ ਨੇ ਕੰਟਰੈਕਟ ਹਾਇਰ ਤੇ ਕੀਤਾ ਹੋਇਆ ਸੀ। ਉਹ ਕਹਿੰਦੇ ਜੀ ਤੁਹਾਡਾ ਆਲੂ ਚਪਟਾ ਹੈ ਜੀ, ਸਾਡੇ ਤਾਂ ਚਿਪਸ ਨਹੀਂ ਬਣਦੇ, ਸਾਨੂੰ ਤਾਂ ਗੋਲ ਆਲੂ ਚਾਹੀਦੇ ਨੇ, ਸਾਨੂੰ ਤਾਂ 50 mm ਦਾ ਚਾਹੀਦਾ, ਸਾਨੂੰ ਤਾਂ ਇੰਨੇ mm ਦਾ। ਤੋਂ ਰਿਜੈਕਟ ਕਰਤੇ ਉਹਨਾਂ ਨੇ। ਤੋ ਜਿਹੜੀ ਕੰਪਨੀ ਇੱਕ ਬਿਜ਼ਨਸਮੈਨ ਕੰਪਨੀ ਹੈ, ਜਿਹਨੇ ਪੈਸਾ ਲਾ ਕੇ 2 ਰੁਪਏ ਕਮਾਉਣੇ ਹੈ, ਮਤਲਬ ਉਹਨੇ 100 ਦਾ 200 ਕਮਾਉਣਾ ਹੈ, ਉਹ ਤੁਹਾਡੇ ਵਾਸਤੇ ਕਿਉਂ ਕਰੇਗੀ? ਉਹਨਾਂ ਨੇ ਆਪਦੇ ਆਪ ਨੂੰ ਪ੍ਰੋਟੈਕਟ ਕਰਨਾ, ਤੇ ਕਿਸਾਨ ਨੂੰ ਕਿਸੇ ਵੀ ਟਾਈਮ ਕਦੇ ਵੀ ਜਿਹੜਾ ਧੋਖਾ ਹੋ ਸਕਦਾ ਹੈ। ਔਰ ਜੇ ਤੁਸੀਂ ਕੰਪਨੀ ਫੇਲ ਹੋ ਗਈ ਤੇ ਤੁਹਾਡੀਆਂ ਜ਼ਮੀਨਾਂ ਤੇ ਉਹਨਾਂ ਲੋਨ ਲਿਆ ਹੋਇਆ, ਤੁਹਾਡੀਆਂ ਜੁੱਤੀਆਂ ਤੁਹਾਡਾ ਹੀ ਸਿਰ, ਤੁਹਾਨੂੰ ਪੈਸੇ ਦੇਣੇ ਤੇ ਬੈਂਕਾਂ ਤੋਂ ਲੈ ਕੇ ਦੇਣੇ, ਤੇ ਤੁਹਾਡੇ ਦਸਤਖਤ ਕਰਵਾ ਕੇ ਦੇਣੇ, ਤੇ ਵਿਆਜ ਵੀ ਤੁਸੀਂ ਭਰਨਾ ਹੈ। ਹਾਂਜੀ, ਇਹ ਕਿਆ ਕੰਟਰੈਕਟ ਫਾਰਮਿੰਗ ਹੈ? ਤੁਸੀਂ ਆ ਜਾਓ, MSP ਰਹਿਣ ਦਿਓ, ਕੰਟਰੈਕਟਰ ਵੀ ਆ ਜਾਣ, ਉਹ ਵੀ ਕਰ ਲੈਣ ਆਪਦੀ ਕੰਟਰੈਕਟ ਫਾਰਮਿੰਗ। ਜੇ ਕਾਮਯਾਬ ਹੋ ਜਾਣਗੇ ਤੇ ਲੋਕੀ ਆਪੇ ਟਵਿਸਟ ਹੋ ਜਾਣਗੇ ਉਧਰ ਨੂੰ ਸਾਰੇ। ਬੜਾ ਸਿੰਪਲ ਜਿਹਾ ਫੰਡਾ ਹੈ ਤਾਂ।
ਤੁਸੀਂ ਫੋਰਸ ਥੋੜੀ ਕਰ ਸਕਦੇ ਲਓ ਜੀ 2022 ਤੋਂ ਲੈ ਕੇ ਅਸੀਂ ਤੁਹਾਡੀ ਕੋਈ ਚੀਜ਼ ਨਹੀਂ ਖਰੀਦਣੀ, ਕੋਈ ਐਮਐਸਪੀ ਨਹੀਂ ਹੈਗੀ ਤੁਹਾਡੀ, ਤੇ ਤੁਸੀਂ ਜੋ ਬੀਜੋਗੇ ਜਿੱਥੇ ਮਰਜ਼ੀ ਵੇਚੋ। ਵਾਟ ਨੌਨਸੈਂਸ, ਕਿਸਾਨ ਕਿੱਥੇ ਵੇਚ ਸਕਦਾ ਮੈਨੂੰ ਦੱਸੋ। ਸੋ ਇਹ ਤਾਂ ਬਹੁਤ ਵੱਡਾ ਇੱਕ ਧੋਖਾ ਹੈ ਔਰ ਇਹਦੇ ਤੋਂ ਸਭ ਨੂੰ ਬਚਣਾ ਚਾਹੀਦਾ ਔਰ ਡਟ ਕੇ ਪਹਿਰਾ ਦੇਣਾ ਚਾਹੀਦਾ। ਦਿਨ ਰਾਤ ਅਸੀਂ ਤਿਆਰ ਬੈਠੇ ਹਾਂ, ਜਿੱਥੇ ਵੀ ਸਾਨੂੰ ਹੁਕਮ ਹੋਏਗਾ ਕਿਸਾਨ ਜਥੇਬੰਦੀਆਂ ਦਾ ਅਸੀਂ ਨਾਲ ਖੜੇ ਹੋਵਾਂਗੇ, ਦਿਨ ਰਾਤ ਨਾਲ ਖੜੇ ਹੋਵਾਂਗੇ। ਔਰ ਸਾਡੇ ਖੁਦ ਕਿਸਾਨ ਆ, ਸਾਡੀ ਆਪ ਜਾਨ ਕਿਸਾਨੀ 'ਚ ਫਸੀ ਹੋਈ ਹੈ। तो इस करके मेरी बेनती है किसान वीरां नूं कि धोखा ना खाओ, ये लास्ट टाइम है, आखिरी टाइम है। बड़ियां मूवमेंटां फेल होईयां, ये मूवमेंट फेल होई, पंजाब दा कख नहीं रहना। कैप्टन साहब जी तुसीं गल बोली सी कि जमीनां दे लोन भी लिया जाएगा, कॉन्ट्रैक्ट फार्मिंग च लोन लै सकदे आ फिर ये कॉन्ट्रैक्टर? हाँ जी, वो एग्रीमेंट दे लिखणगे विच एग्रीमेंट च लिखणगे कि असीं तुहाडी जमीन ते लोन भी रेज कर सकने आ। वो लोन दे ही पैसे तुहानूं देणगे, रेज कर लेंगे लोन। अगर लोन रेज कर लिया ठीक है, जमीन तुहाडी है, लोन उन्होंने रेज कर लिया ते कल नूं कंपनी फेल हो जाती, फिर तुसीं कित्थे जाओगे? ये कोई जरूरी थोड़ी है कि कंपनी प्रॉफिट ते चलेगी, कंपनियां फेल भी होंदियां। अबानी अडानियां ने तो हुण भी लखां करोड़ां देना सरकार दा, ते जे वो कल नूं फेल हो जाते फिर किसान कित्थे जाणगे? ते बैंकां ने कहना हट जाओ पिछे, तुहाडी तां जमीन ही है नहीं, तां साडी है। इस करके बड़ा खतरनाक काम है, इन्ना सौखा काम नहीं है कॉन्ट्रैक्ट फार्मिंग। कैप्टन साहब तुसीं वडमुੱਲੀ जानकारी ਦਿੱਤੀ ਤੇ ਤੁਹਾਡਾ ਧੰਨਵਾਦ ਹੈ। ਔਰ ਕਿਸਾਨ ਜਥੇਬੰਦੀਆਂ ਨੂੰ ਲਗਾਤਾਰ ਜਿਵੇਂ ਤੁਸੀਂ ਵੀ ਗੱਲ ਕੀਤੀ ਕਿ ਅਲਰਟ ਰਹਿਣ ਦੀ ਲੋੜ ਹੈ, ਕਿਉਂਕਿ ਸੰਘਰਸ਼ ਨੂੰ ਲੀਹ ਤੋਂ ਲਾਉਣ ਲੱਗਿਆ ਸਿਰਫ 1 ਮਿੰਟ ਲੱਗਣਾ ਹੈ। ਕਿ ਸੈਕਿੰਡ ਤੇ ਕਿਸੇ ਨੇ ਇੱਕ ਬਿਆਨ ਦਿੱਤਾ, ਕੋਈ ਲੀਡਰ ਨੇ ਐਸਾ ਭਰਮਾਊ ਜਾਲ ਵਿਛਾਇਆ ਤਾਂ ਸਾਰੇ ਲੋਕਾਂ ਨੇ ਉਹਦੇ ਪਿੱਛੇ ਲੱਗ ਕੇ ਤੁਰ ਪੈਣਾ। ਦਾ ਸਾਰਾ ਜਿਹੜਾ ਢਾਂਚਾ ਇਸ ਟਾਈਮ ਪ੍ਰੈਸ਼ਰ ਪੈ ਰਿਹਾ ਸਰਕਾਰਾਂ ਦੇ ਉੱਪਰ, ਇਹਨੇ ਤਹਿਸ ਨਹਿਸ ਹੋ ਜਾਣਾ। ਸੋ ਕਿਸਾਨਾਂ ਨੂੰ ਇੱਕ ਸੰਵਿਧਾਨਕ ਤਰੀਕੇ ਨਾਲ, ਪੀਸਫੁਲੀ, ਸ਼ਾਂਤਮਈ ਤਰੀਕੇ ਨਾਲ ਜਿਹੜਾ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਾ ਚਾਹੀਦਾ ਤਾਂ ਕਿ ਸਰਕਾਰਾਂ ਦੇ ਉੱਪਰ ਪ੍ਰੈਸ਼ਰ ਬਣਿਆ ਰਹਿ ਸਕੇ। ਔਰ ਲੋਕਾਂ ਦੀ ਸਾਰਿਆਂ ਦੀ ਅਰਦਾਸ ਵੀ ਹੈ ਕਿ ਕਿਸਾਨ ਜਿਹੜੇ ਮੰਗਾਂ ਨੂੰ ਲੈ ਕੇ ਧਰਨਿਆਂ ਦੇ ਉੱਪਰ ਬੈਠੇ ਨੇ, ਕਸ਼ਟ ਚੱਲ ਰਹੇ ਨੇ, ਉਹਨਾਂ ਦੀਆਂ ਮੰਗਾਂ ਪੂਰੀਆਂ ਹੋਣ। ਸੋ ਕੈਪਟਨ ਸਾਹਿਬ ਦਾ ਦੁਬਾਰਾ ਫਿਰ ਮੈਂ ਧੰਨਵਾਦ ਕਰਦਾ। ਸੋ ਦਰਸ਼ਕਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢ ਕੇ ਸਾਨੂੰ ਦੇਖਿਆ ਤੇ ਸਾਨੂੰ ਦਿਓ ਇਜਾਜ਼ਤ। ਧੰਨਵਾਦ।